ਸਤਿ ਸ਼੍ਰੀ ਅਕਾਲ ਜੀ। ਇੱਕ ਕੁੜੀ ਦਾ ਇੱਕ ਸਧਾਰਨ ਮੁੰਡੇ ਨਾਲ ਉਸ ਦੀ ਮਰਜ਼ੀ ਦੇ ਖਿਲਾਫ ਵਿਆਹ ਹੋ ਗਿਆ। ਜਿਸ ਲੜਕੇ ਦੇ ਘਰ ਵਿੱਚ ਆਪਣੀ ਮਾਂ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਉਸ ਲੜਕੇ ਨੂੰ ਦਾਜ ਵਿੱਚ ਬਹੁਤ ਸਾਰਾ ਸਮਾਨ ਅਤੇ ਪੈਸਾ ਮਿਲਿਆ, ਪਰ ਕੁੜੀ ਕਿਸੇ ਹੋਰ ਲੜਕੇ ਨਾਲ ਪਿਆਰ ਕਰਦੀ ਸੀ। ਹੁਣ ਕੁੜੀ ਦਾ ਉਸ ਦੀ ਮਰਜ਼ੀ ਦੇ ਬਿਨਾਂ ਵਿਆਹ ਹੋ ਗਿਆ ਸੀ ਅਤੇ ਹੁਣ ਉਹ ਆਪਣੇ ਸਹੁਰੇ ਘਰ ਆ ਗਈ ਸੀ। ਉਦੋਂ ਹੀ ਪਹਿਲੀ ਰਾਤ ਵਾਲੇ ਦਿਨ ਮੁੰਡਾ ਦੁੱਧ ਲੈ ਕੇ ਕਮਰੇ ਵਿੱਚ ਆਉਂਦਾ ਹੈ ਅਤੇ ਉਹ ਕੁੜੀ ਜਾਣੀ ਆਪਣੀ ਪਤਨੀ ਦੇ ਕੋਲ ਬੈਠ ਜਾਂਦਾ ਹੈ। ਉਦੋਂ ਹੀ ਉਸ ਦੀ ਪਤਨੀ ਗੁੱਸੇ ਵਿੱਚ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਇਕੱਲਾ ਛੱਡ ਸਕਦੇ ਹੋ। ਇਹ ਸੁਣ ਕੇ ਉਸ ਦਾ ਪਤੀ ਬਹੁਤ ਦੁਖੀ ਹੋ ਜਾਂਦਾ ਹੈ, ਪਰ ਫਿਰ ਵੀ ਉਹ ਖੁਸ਼ੀ-ਖੁਸ਼ੀ ਇਹ ਕਹਿੰਦਾ ਹੈ ਕਿ ਤੂੰ ਆਰਾਮ ਕਰ, ਮੈਂ ਤਾਂ ਸਿਰਫ ਤੇਰੇ ਲਈ ਦੁੱਧ ਲੈ ਕੇ ਆਇਆ ਸੀ। ਇਹ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਚਲਿਆ ਜਾਂਦਾ ਹੈ। ਲੜਕੀ ਮਨ ਮਾਰ ਕੇ ਰਹਿ ਜਾਂਦੀ ਹੈ, ਕਿਉਂਕਿ ਉਹ ਕੁੜੀ ਚਾਹੁੰਦੀ ਹੈ ਕਿ ਉਸਨੇ ਝਗੜਾ ਕਿਉਂ ਨਹੀਂ ਕੀਤਾ ਤਾਂ ਕਿ ਉਹ ਇਸ ਗਵਾਰ ਤੋਂ ਤਲਾਕ ਲੈ ਸਕੇ। ਹੁਣ ਲੜਕੀ ਨੂੰ ਆਪਣੇ ਸਹੁਰੇ ਘਰ ਵਿੱਚ 3-4 ਦਿਨ ਹੋ ਗਏ ਸੀ, ਪਰ ਉਹ ਪੂਰਾ ਦਿਨ ਆਪਣੇ ਉਸ ਪੁਰਾਣੇ ਪਿਆਰ ਨਾਲ ਗੱਲਾਂ ਕਰਦੀ ਰਹਿੰਦੀ ਸੀ ਅਤੇ ਇੱਧਰ ਲੜਕੇ ਦੀ ਮਾਂ ਬਿਨਾਂ ਸ਼ਿਕਾਇਤ ਕੀਤੇ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਸੀ। ਇੰਨਾ ਕੰਮ ਕਰਨ ਦੇ ਬਾਵਜੂਦ ਵੀ ਉਸ ਦੀ ਮਾਂ ਦੇ ਚਿਹਰੇ 'ਤੇ ਮੁਸਕਰਾਹਟ ਹੀ ਰਹਿੰਦੀ ਸੀ। ਉਹ ਲੜਕਾ ਇੱਕ ਛੋਟੀ ਜਿਹੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਹ ਬੇਹੱਦ ਹੀ ਇਮਾਨਦਾਰ ਅਤੇ ਮਿਹਨਤੀ ਸੀ। ਸਵੇਰੇ ਆਪਣੇ ਕੰਮ 'ਤੇ ਜਾਂਦਾ ਅਤੇ ਸ਼ਾਮ ਨੂੰ ਥੱਕਿਆ ਹਾਰਿਆ ਘਰ ਆ ਜਾਂਦਾ, ਪਰ ਉਸ ਦੀ ਪਤਨੀ ਉਸ ਨੂੰ ਇੱਕ ਗਲਾਸ ਪਾਣੀ ਦਾ ਵੀ ਨਹੀਂ ਪੁੱਛਦੀ ਸੀ। ਹੁਣ ਉਹ ਲੜਕਾ ਅਤੇ ਲੜਕੀ ਦੇ ਵਿਆਹ ਨੂੰ ਕਰੀਬ 1 ਮਹੀਨਾ ਹੋ ਗਿਆ ਸੀ, ਪਰ ਹੁਣ ਤੱਕ ਉਹ ਦੋਨੋਂ ਇੱਕ ਸਾਥ ਨਹੀਂ ਸੁੱਤੇ ਸੀ। ਵੈਸੇ ਲੜਕਾ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ, ਇਸ ਲਈ ਉਹ ਆਪਣੀ ਪਤਨੀ ਨੂੰ ਕੁਝ ਨਹੀਂ ਕਹਿੰਦਾ ਸੀ। ਫਿਰ ਵੀ ਉਹ ਆਪਣੀ ਪਤਨੀ ਨੂੰ ਖੁਦ ਹੀ ਖਾਣਾ ਪਾ ਕੇ ਦਿੰਦਾ, ਪਰ ਉਸ ਦੀ ਪਤਨੀ ਉਸ ਦੇ ਨਾਲ ਬੈਠ ਕੇ ਖਾਣਾ ਵੀ ਨਹੀਂ ਖਾਂਦੀ ਸੀ। ਉਹ ਆਪਣੇ ਕਮਰੇ ਵਿੱਚ ਅਲੱਗ ਬੈਠ ਕੇ ਖਾਣਾ ਖਾਂਦੀ। ਲੜਕੇ ਨੂੰ ਦਹੇਜ ਵਿੱਚ ਇੱਕ ਸਕੂਟਰੀ ਮਿਲੀ ਸੀ। ਲੜਕਾ ਜਿਵੇਂ ਹੀ ਆਪਣੇ ਕੰਮ 'ਤੇ ਨਿਕਲ ਜਾਂਦਾ ਤਾਂ ਉਸ ਦੇ ਅੱਧੇ ਘੰਟੇ ਬਾਅਦ ਹੀ ਲੜਕੀ ਵੀ ਆਪਣੀ ਸਕੂਟੀ ਲੈ ਕੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਚਲੀ ਜਾਂਦੀ ਅਤੇ ਲੜਕੇ ਦੇ ਘਰ ਆਉਣ ਤੋਂ ਪਹਿਲਾਂ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ। ਇੱਕ ਦਿਨ ਉਸ ਲੜਕੇ ਦੀ ਕੰਮ ਤੋਂ ਛੁੱਟੀ ਸੀ ਅਤੇ ਉਹ ਘਰ ਵਿੱਚ ਹੀ ਸੀ। ਉਸ ਲੜਕੀ ਨੇ ਵਧੀਆ ਬਣੇ ਹੋਏ ਖਾਣੇ ਨੂੰ ਵੀ ਗੰਦਾ ਕਹਿ ਕੇ ਆਪਣੀ ਸੱਸ ਨੂੰ ਉਲਟਾ ਸਿੱਧਾ ਬੋਲਣ ਲੱਗੀ ਤੇ ਖਾਣੇ ਨੂੰ ਬਾਹਰ ਸੁੱਟ ਦਿੱਤਾ। ਇਹ ਸਭ ਦੇਖ ਕੇ ਲੜਕੇ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਆਪਣੀ ਪਤਨੀ 'ਤੇ ਹੱਥ ਉਠਾ ਦਿੱਤਾ, ਪਰ ਉਸ ਦੀ ਮਾਂ ਫਿਰ ਵੀ ਆਪਣੇ ਬੇਟੇ ਨੂੰ ਹੀ ਘੂਰਨ ਲੱਗੀ। ਉੱਧਰ ਲੜਕੀ ਨੂੰ ਤਾਂ ਝਗੜੇ ਦਾ ਇੱਕ ਬਹਾਨਾ ਹੀ ਚਾਹੀਦਾ ਸੀ, ਜੋ ਉਸ ਨੂੰ ਮਿਲ ਗਿਆ ਸੀ। ਉਦੋਂ ਹੀ ਉਹ ਬਿਨਾਂ ਬੋਲੇ ਆਪਣੀ ਸਕੂਟੀ ਲੈ ਕੇ ਆਪਣੇ ਬੁਆਏਫ੍ਰੈਂਡ ਕੋਲ ਚਲੀ ਗਈ ਅਤੇ ਉਸ ਦੇ ਕੋਲ ਜਾ ਕੇ ਕਹਿੰਦੀ ਕਿ ਹੁਣ ਮੈਂ ਇੱਕ ਪਲ ਵੀ ਉਸ ਘਰ ਵਿੱਚ ਨਹੀਂ ਰਹਿਣਾ। ਹੁਣ ਉਹ ਗਵਾਰ ਨੇ ਮੇਰੇ ਉੱਤੇ ਹੱਥ ਚੁੱਕ ਕੇ ਚੰਗਾ ਨਹੀਂ ਕੀਤਾ। ਉਦੋਂ ਹੀ ਉਸ ਦਾ ਬੁਆਏਫ੍ਰੈਂਡ ਕਹਿੰਦਾ ਹੈ ਕਿ ਮੈਂ ਤਾਂ ਤੈਨੂੰ ਕਦੋਂ ਦਾ ਕਹਿੰਦਾ ਆਪਾਂ ਭੱਜ ਚੱਲੀਏ ਕਿਤੇ ਦੂਰ, ਤੂੰ ਹੀ ਆ ਜਿਹੜੀ ਅੱਜ ਕੱਲ੍ਹ ਕਰਦੀ ਰਹਿੰਦੀ ਆ। ਉਦੋਂ ਹੀ ਲੜਕੀ ਕਹਿੰਦੀ ਹੈ ਕਿ ਵਿਆਹ ਵਾਲੇ ਦਿਨ ਤੇਰੇ ਕੋਲ ਆਈ ਤਾਂ ਸੀ, ਤੂੰ ਹੀ ਮੈਨੂੰ ਮੇਰੇ ਘਰ ਵਾਪਸ ਭੇਜਿਆ ਸੀ। ਉਦੋਂ ਹੀ ਬੁਆਏਫ੍ਰੈਂਡ ਨੇ ਕਿਹਾ ਕਿ ਖਾਲੀ ਹੱਥ ਆਪਾਂ ਦੋਨੋਂ ਕਿੱਥੋਂ ਤੱਕ ਭੱਜਾਂਗੇ। ਮੈਂ ਤੈਨੂੰ ਕਿਹਾ ਸੀ ਕੁਝ ਪੈਸੇ ਅਤੇ ਕੋਈ ਸੋਨਾ ਸੱਪਾ ਨਾ ਆਪਣੇ ਨਾਲ ਲੈ ਕੇ ਆਈ। ਇੱਕ ਤੂੰ ਹੀ ਸੀ ਜੋ ਖਾਲੀ ਹੱਥ ਮੇਰੇ ਕੋਲ ਆ ਗਈ ਸੀ। ਆਖਿਰ ਦੂਰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਪੈਸੇ ਤਾਂ ਚਾਹੀਦੇ ਹੋਣਗੇ ਨਾ। ਹਾਂ, ਇੱਕ ਗੱਲ ਹੋਰ, ਜਦੋਂ ਵੀ ਮੈਂ ਤੇਰੇ ਕੋਲ ਆਉਂਦਾ ਹਾਂ, ਤੈਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਤੇਰੇ ਨਖਰੇ ਵਿੱਚ ਆ ਜਾਂਦੇ ਹਨ ਅਤੇ ਬਸ ਇਹ ਕਹਿੰਦੀ ਰਹਿੰਦੀ ਹੈ ਕਿ ਇਹ ਪਿਆਰ ਪ੍ਰੇਮ ਵਿਆਹ ਦੇ ਬਾਅਦ ਹੋਵੇਗਾ। ਉਦੋਂ ਹੀ ਲੜਕੀ ਗੁੱਸੇ ਵਿੱਚ ਕਹਿੰਦੀ ਹੈ ਕਿ ਹਾਂ, ਇਹ ਸਭ ਵਿਆਹ ਤੋਂ ਬਾਅਦ ਹੀ ਚੰਗਾ ਲੱਗਦਾ ਹੈ ਅਤੇ ਮੈਂ ਤੇਰੀ ਹੀ ਹਾਂ। ਮੈਂ ਅੱਜ ਵੀ ਇੱਕ ਕੁਆਰੀ ਲੜਕੀ ਹਾਂ। ਵਿਆਹ ਕਰਨ ਦੇ ਬਾਅਦ ਵੀ ਮੈਂ ਉਸ ਗਵਾਰ ਨਾਲ ਇੱਕ ਰਾਤ ਵੀ ਨਹੀਂ ਸੁੱਤੀ, ਕਿਉਂਕਿ ਮੈਂ ਤੈਨੂੰ ਹੀ ਸੱਚਾ ਪਿਆਰ ਕੀਤਾ ਹੈ ਅਤੇ ਹੁਣ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰਕੇ ਮੇਰੀ ਮਾਂਗ ਵਿੱਚ ਸੰਧੂਰ ਭਰ ਦੇ। ਫਿਰ ਮੈਂ ਪੂਰੀ ਤਰ੍ਹਾਂ ਤੇਰੀ ਹੋ ਜਾਵਾਂਗੀ ਅਤੇ ਫਿਰ ਤੂੰ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਸਕਦੇ ਹੋ। ਉਦੋਂ ਹੀ ਉਸ ਦਾ ਬੁਆਏਫ੍ਰੈਂਡ ਕਹਿੰਦਾ ਹੈ, ਹਾਂ ਠੀਕ ਆ, ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ, ਪਰ ਤੂੰ ਘੱਟ ਤੋਂ ਘੱਟ 5 ਲੱਖ ਰੁਪਈਆਂ ਦਾ ਕੱਲ੍ਹ ਸ਼ਾਮ ਤੱਕ ਇੰਤਜ਼ਾਮ ਕਰਕੇ ਰੱਖੀ। ਮੈਂ ਤੈਨੂੰ ਇੱਕ ਹੋਟਲ ਦਾ ਪਤਾ ਦੱਸ ਦੇਵਾਂਗਾ, ਤੂੰ ਉਸ ਹੋਟਲ ਵਿੱਚ ਰਾਤ ਨੂੰ 10 ਵਜੇ ਤੱਕ ਪਹੁੰਚ ਜਾਈਂ। ਲੜਕੀ ਕਹਿੰਦੀ ਹੈ ਕਿ ਉਸ ਗਵਾਰ ਦੇ ਕੋਲ ਕਿੱਥੇ ਪੈਸੇ, ਬਲਕਿ ਮੇਰੇ ਪਾਪਾ ਨੇ ਉਸ ਨੂੰ ਦਹੇਜ ਵਿੱਚ 3 ਲੱਖ ਰੁਪਈਏ
ਅਤੇ ਮੈਨੂੰ ਕੁਝ ਸੋਨੇ ਦੇ ਗਹਿਣੇ ਦਿੱਤੇ ਸੀ। ਉਹ ਗਹਿਣੇ ਤਾਂ ਮੇਰੇ ਕੋਲ ਹੈ, ਪਰ ਉਹ ਸਾਰੇ ਪੈਸੇ ਉਸ ਗਵਾਰ ਨੇ ਅਲਮਾਰੀ ਵਿੱਚ ਰੱਖ ਕੇ ਲੌਕ ਕਰ ਦਿੱਤੇ ਨੇ। ਪਰ ਮੈਂ ਜਿਵੇਂ ਤਿਵੇਂ ਕਰਕੇ ਉਸ ਅਲਮਾਰੀ ਦੀ ਚਾਬੀ ਲੈ ਕੇ ਸਾਰੇ ਪੈਸੇ ਕੱਢ ਕੇ ਤੇਰੇ ਕੋਲ ਹਮੇਸ਼ਾ ਹਮੇਸ਼ਾ ਦੇ ਲਈ ਆ ਜਾਵਾਂਗੀ। ਇਹ ਕਹਿ ਕੇ ਉਹ ਲੜਕੀ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ। ਸਹੁਰੇ ਘਰ ਪਹੁੰਚ ਕੇ ਆਪਣੇ ਪਤੀ ਅਤੇ ਸੱਸ ਨਾਲ ਲੜਾਈ ਕਰਦੀ ਹੈ। ਉਹ ਬਹੁਤ ਸਾਰੀਆਂ ਉਹਨਾਂ ਨੂੰ ਗਾਲਾਂ ਕੱਢਦੀ ਹੈ, ਪਰ ਅਫਸੋਸ ਉਹ ਇਕੱਲੀ ਹੀ ਬੋਲਦੀ ਰਹਿੰਦੀ ਹੈ। ਉਸ ਦਾ ਪਤੀ ਅਤੇ ਉਸ ਦੀ ਸੱਸ ਬਿਲਕੁਲ ਸ਼ਾਂਤ ਰਹਿੰਦੇ ਹਨ। ਇਹ ਸਭ ਕਰ ਕਰਾ ਕੇ ਉਹ ਲੜਕੀ ਆਪਣੇ ਕਮਰੇ ਵਿੱਚ ਜਾਂਦੀ ਹੈ ਤਾਂ ਅਚਾਨਕ ਉਸ ਦੇ ਬੁਆਏਫ੍ਰੈਂਡ ਦਾ ਫੋਨ 'ਤੇ ਮੈਸੇਜ ਆ ਜਾਂਦਾ ਹੈ। ਤੇ ਕਦੋਂ ਤੱਕ ਆ ਰਹੀ ਹੋ? ਉਹ ਪੈਸੇ ਲੈ ਕੇ ਲੜਕੀ ਮੈਸੇਜ ਦਾ ਜਵਾਬ ਦਿੰਦੀ ਹੈ, ਸਬਰ ਕਰੋ, ਮੈਂ ਟਾਈਮ 'ਤੇ ਆ ਜਾਵਾਂਗੀ। ਤਾਂ ਉਦੋਂ ਹੀ ਉਸ ਦਾ ਪਤੀ ਦਰਵਾਜ਼ਾ ਖੜਕਾਉਂਦਾ ਹੈ ਤੇ ਆਪਣੀ ਪਤਨੀ ਨੂੰ ਕਹਿੰਦਾ ਹੈ, ਖਾਣਾ ਖਾ ਲਓ। ਉਹਨਾਂ ਦੀ ਪਤਨੀ ਇਹ ਕਹਿੰਦੀ ਹੈ ਕਿ ਮੈਂ ਉਦੋਂ ਤੱਕ ਖਾਣਾ ਨਹੀਂ ਖਾਵਾਂਗੀ, ਪਹਿਲਾਂ ਮੈਨੂੰ ਇਸ ਅਲਮਾਰੀ ਦੀ ਚਾਬੀ ਦਿਓ। ਪਤੀ ਦਰਵਾਜ਼ੇ ਦੇ ਹੇਠਾਂ ਦੀ ਚਾਬੀ ਦੇ ਕੇ ਉਸ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਕੰਮ ਕਰਕੇ ਖਾਣਾ ਖਾ ਲਈ, ਕਿਉਂਕਿ ਹਾਲੇ ਤੱਕ ਮੈਂ ਤੇ ਮਾਂ ਨੇ ਵੀ ਖਾਣਾ ਨਹੀਂ ਖਾਧਾ। ਮਾਂ ਨੇ ਕਿਹਾ ਹੈ ਕਿ ਅੱਜ ਆਪਾਂ ਇਕੱਠੇ ਬੈਠ ਕੇ ਖਾਣਾ ਖਾਵਾਂਗੇ। ਲੜਕੀ ਕਹਿੰਦੀ ਹੈ ਕਿ ਮਾਂ ਤੇ ਤੁਸੀਂ ਖਾਣਾ ਖਾ ਲਓ, ਮੈਂ ਬਾਹਰ ਤੋਂ ਖਾਣਾ ਖਾ ਕੇ ਆਈ ਹਾਂ। ਇਹ ਸੁਣ ਕੇ ਲੜਕਾ ਚਲਾ ਜਾਂਦਾ ਹੈ। ਲੜਕੀ ਚਾਬੀ ਚੱਕ ਕੇ ਅਲਮਾਰੀ ਖੋਲ੍ਹਦੀ ਹੈ ਤੇ ਦੇਖਦੀ ਹੈ ਕਿ ਉਸ ਅਲਮਾਰੀ ਵਿੱਚ 3 ਲੱਖ ਰੁਪਏ ਅਤੇ ਦਹੇਜ ਦੇ ਸਾਰੇ ਗਹਿਣੇ ਰੱਖੇ ਹੋਏ ਸੀ, ਬਲਕਿ ਨਾਲ ਇੱਕ ਡਾਇਰੀ ਵੀ ਰੱਖੀ ਹੋਈ ਸੀ। ਜਦੋਂ ਉਹ ਡਾਇਰੀ ਖੋਲ੍ਹ ਕੇ ਦੇਖਦੀ ਹੈ ਤਾਂ ਉਸ ਵਿੱਚ ਲਿਖਿਆ ਹੋਇਆ ਸੀ, ਪਿਆਰੀ ਪਤਨੀ, ਮੈਨੂੰ ਤੇ ਤੇਰੇ ਪਿਤਾ ਜੀ ਨੂੰ ਪਤਾ ਹੈ ਕਿ ਤੂੰ ਕਿਸੇ ਹੋਰ ਲੜਕੇ ਨੂੰ ਬੇਹੱਦ ਪਿਆਰ ਕਰਦੀ ਹੋ, ਪਰ ਤੇਰੇ ਪਿਤਾ ਜੀ ਨੇ ਪਤਾ ਲਗਾਇਆ ਹੈ ਕਿ ਤੂੰ ਜਿਸ ਲੜਕੇ ਨੂੰ ਪਿਆਰ ਕਰਦੀ ਆ ਉਸ ਦਾ ਪਹਿਲਾਂ ਵੀ ਇੱਕ ਵਾਰ ਵਿਆਹ ਹੋ ਚੁੱਕਿਆ ਹੈ ਅਤੇ ਉਹ ਬਹੁਤ ਸਾਰੀਆਂ ਕੁੜੀਆਂ ਨੂੰ ਧੋਖਾ ਵੀ ਦੇ ਚੁੱਕਿਆ ਹੈ। ਪਰ ਤੇਰੇ ਪਿਤਾ ਜੀ ਨੇ ਤੈਨੂੰ ਇਹ ਸਭ ਨਹੀਂ ਦੱਸ ਸਕੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਇਹ ਇਸ਼ਕ ਦਾ ਨਸ਼ਾ ਹੈ ਉਹ ਆਪਣਿਆਂ ਨੂੰ ਬੇਗਾਨੇ ਅਤੇ ਬੇਗਾਨਿਆਂ ਨੂੰ ਆਪਣਾ ਬਣਾ ਦਿੰਦਾ ਹੈ। ਇਸ ਲਈ ਤੇਰੇ ਪਿਤਾ ਜੀ ਨੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ ਸੀ ਕਿ ਮੇਰੀ ਬੇਟੀ ਦਾ ਹਮੇਸ਼ਾ ਖਿਆਲ ਰੱਖੀਂ। ਇੱਕ ਬਾਪ ਦੇ ਮੂੰਹੋਂ ਆਪਣੀ ਬੇਟੀ ਦੀ ਇਹ ਕਹਾਣੀ ਸੁਣ ਕੇ ਮੇਰੀਆਂ ਵੀ ਅੱਖਾਂ ਵਿੱਚ ਹੰਝੂ ਆ ਗਏ ਸੀ ਅਤੇ ਮੈਨੂੰ ਇਹ ਯਕੀਨ ਹੋ ਗਿਆ ਸੀ ਕਿ ਇੱਕ ਚੰਗਾ ਪਤੀ ਹੋਣ ਦਾ ਸਨਮਾਨ ਮੈਨੂੰ ਮਿਲੇ ਜਾਂ ਨਾ ਮਿਲੇ, ਪਰ ਚੰਗਾ ਜਵਾਈ ਹੋਣ ਦੀ ਇੱਜ਼ਤ ਮੈਂ ਹਮੇਸ਼ਾ ਲੈ ਕੇ ਰਹਾਂਗਾ ਅਤੇ ਮੈਨੂੰ ਦਹੇਜ ਵਿੱਚ ਮਿਲੇ ਸਾਰੇ ਪੈਸੇ ਅਤੇ ਸੋਨੇ ਦੇ ਗਹਿਣੇ ਮੈਂ ਤੇਰੀ ਅਲਮਾਰੀ ਵਿੱਚ ਰੱਖ ਦਿੱਤੇ ਹਨ, ਕਿਉਂਕਿ ਦਹੇਜ ਦੇ ਨਾਂ ਤੋਂ ਮੈਨੂੰ ਨਫ਼ਰਤ ਹੋ ਚੁੱਕੀ ਹੈ। ਇਸ ਦਹੇਜ ਦੇ ਕਾਰਨ ਮੈਂ ਆਪਣੀ ਭੈਣ ਦੇ ਪਿਤਾ ਨੂੰ ਖੋਇਆ ਹੈ। ਮੇਰੇ ਪਿਤਾ ਜੀ ਦੇ ਆਖਰੀ ਸ਼ਬਦ ਇਹੀ ਸੀ ਕਿ ਕਿਸੇ ਬੇਟੀ ਦੇ ਬਾਪ ਤੋਂ 1 ਰੁਪਈਆ ਵੀ ਦਹੇਜ ਵਿੱਚ ਨਾ ਲਈ। ਉਸ ਡਾਇਰੀ ਵਿੱਚ ਇਹ ਵੀ ਲਿਖਿਆ ਸੀ ਕਿ ਤੂੰ ਮੇਰੇ ਵੱਲੋਂ ਆਜ਼ਾਦ ਆ, ਤੂੰ ਕਿਤੇ ਵੀ ਜਾ ਸਕਦੀ ਹੋ। ਡਾਇਰੀ ਦੇ ਪੰਨਿਆਂ ਵਿੱਚ ਤਲਾਕ ਦੇ ਪੇਪਰ ਰੱਖੇ ਹੋਏ ਸੀ, ਜਿਸ ਉੱਤੇ ਉਸ ਲੜਕੇ ਨੇ ਪਹਿਲਾਂ ਹੀ ਸਾਈਨ ਕਰ ਦਿੱਤੇ ਸੀ। ਜਦੋਂ ਤੈਨੂੰ ਲੱਗੇ ਕਿ ਹੁਣ ਮੈਂ ਇਸ ਗਵਾਰ ਦੇ ਨਾਲ ਨਹੀਂ ਰਹਿਣਾ ਤਾਂ ਤੂੰ ਇਸ ਡਿਵੋਰਸ ਦੇ ਪੇਪਰ 'ਤੇ ਸਾਈਨ ਕਰਕੇ ਆਪਣੇ ਸਾਰੇ ਪੈਸੇ ਅਤੇ ਜੇਵਰ ਲੈ ਕੇ ਜਾ ਸਕਦੀ ਹੋ। ਲੜਕੀ ਡਾਇਰੀ ਪੜ੍ਹ ਕੇ ਹੈਰਾਨ ਰਹਿ ਗਈ ਸੀ ਅਤੇ ਪਰੇਸ਼ਾਨ ਵੀ ਸੀ, ਨਾ ਚਾਹੁੰਦੇ ਹੋਏ ਵੀ। ਉਸ ਦੇ ਗਵਾਰ ਪਤੀ ਦੇ ਸ਼ਬਦਾਂ ਨੇ ਉਸ ਦੇ ਦਿਲ ਨੂੰ ਛੋਹ ਲਿਆ ਸੀ। ਉਹ ਨਾ ਚਾਹੁੰਦੇ ਹੋਏ ਵੀ ਗਵਾਰ ਪਤੀ ਦੇ ਅਣਦੇਖੇ ਪਿਆਰ ਨੂੰ ਮਹਿਸੂਸ ਕਰਨ ਲੱਗੀ ਸੀ। ਉਹ ਉੱਚੀ ਉੱਚੀ ਰੋਣ ਲੱਗੀ। ਡਾਇਰੀ ਵਿੱਚ ਅੱਗੇ ਲਿਖਿਆ ਸੀ ਕਿ ਮੈਂ ਤੈਨੂੰ ਇਸ ਲਈ ਮਾਰਿਆ ਕਿਉਂਕਿ ਤੂੰ ਮੇਰੀ ਮਾਂ ਨੂੰ ਗਲਤ ਬੋਲਿਆ ਸੀ, ਅਤੇ ਜੋ ਬੇਟਾ ਆਪਣੇ ਖੁਦ ਦੇ ਅੱਗੇ ਆਪਣੀ ਮਾਂ ਦੀ ਬੇਇੱਜ਼ਤੀ ਹੁੰਦੇ ਸਹਿਣ ਕਰ ਲਵੇ ਉਹ ਫਿਰ ਬੇਟਾ ਹੀ ਕੀ ਹੋਇਆ। ਇਸ ਲਈ ਮੈਨੂੰ ਮਾਫ਼ ਕਰ ਦੇਈਂ, ਕਿਉਂਕਿ ਮੇਰੇ ਲਈ ਮਾਂ ਦਾ ਦਰਜਾ ਸਭ ਤੋਂ ਉੱਚਾ ਹੈ ਅਤੇ ਮੈਂ ਤੈਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਕੇ ਆਇਆ ਹਾਂ, ਜ਼ਬਰਦਸਤੀ ਕਰਨ ਲਈ ਨਹੀਂ। ਤੈਨੂੰ ਮੇਰੇ ਨਾਲ ਪਿਆਰ ਹੋਵੇ ਜਾਂ ਨਾ ਹੋਵੇ, ਪਰ ਮੈਂ ਅੰਤ ਤੱਕ ਸਿਰਫ ਤੈਨੂੰ ਹੀ ਪਿਆਰ ਕਰਦਾ ਰਹਾਂਗਾ। ਹੁਣ ਫੈਸਲਾ ਤੇਰੇ ਹੱਥਾਂ ਵਿੱਚ ਹੈ। ਅਚਾਨਕ ਲੜਕੀ ਦੇ ਬੁਆਏਫ੍ਰੈਂਡ ਦਾ ਫੋਨ ਆ ਜਾਂਦਾ ਹੈ ਤਾਂ ਗੁੱਸੇ ਵਿੱਚ ਲੜਕੀ ਆਪਣੇ ਫੋਨ ਨੂੰ ਸਵਿਚ ਆਫ ਕਰਕੇ ਫੋਨ ਦਾ ਸਿਮ ਤੋੜ ਦਿੰਦੀ ਹੈ। ਹੁਣ ਉਸ ਨੂੰ ਸਭ ਸਮਝ ਆ ਗਿਆ ਸੀ ਕਿ ਜਿਸ ਨੂੰ ਉਹ ਬੇਹੱਦ ਪਿਆਰ ਕਰਦੀ ਸੀ ਉਹ ਤਾਂ ਸਿਰਫ ਪੈਸੇ ਨਾਲ ਹੀ ਪਿਆਰ ਸੀ। ਸੱਚਾ ਪਿਆਰ ਕਰਨ ਵਾਲਾ ਤਾਂ ਮੇਰਾ ਪਤੀ ਹੀ ਸੀ, ਜਿਸ ਨੇ ਸਿਰਫ ਮੇਰੇ ਪਾਪਾ ਦੀ ਇੱਜ਼ਤ ਰੱਖਣ ਦੇ ਲਈ ਮੇਰੇ ਨਾਲ ਵਿਆਹ ਕਰ ਲਿਆ ਅਤੇ ਮੇਰਾ ਇੱਕ ਬੁਆਏਫ੍ਰੈਂਡ ਹੈ। ਪਤਾ ਹੋਣ ਦੇ ਬਾਅਦ ਵੀ ਮੈਨੂੰ ਇੰਨਾ ਪਿਆਰ ਕੀਤਾ ਕਿ ਮੈਂ ਆਪਣੇ ਪਤੀ ਦਾ ਪਿਆਰ ਕਿਉਂ ਨਾ ਸਮਝ ਸਕੀ। ਇਹ ਸਭ ਸੋਚ ਕੇ ਉਹ ਰੋਂਦੀ ਰਹੀ। ਫਿਰ ਉਸ ਦੇ ਰੋਂਦੇ ਹੋਏ ਅਲਮਾਰੀ ਦਾ ਸਾਰਾ ਸਮਾਨ ਉਸੇ ਤਰ੍ਹਾਂ ਰੱਖ ਕੇ ਨਾ ਜਾਣੇ ਕਦੋਂ ਸੌਂ ਗਈ। ਅਗਲੇ ਦਿਨ ਉਸ ਦੀ ਪਤਨੀ ਸਵੇਰੇ ਦੇਰ ਨਾਲ ਜਾਗੀ।
ਉਦੋਂ ਤੱਕ ਉਸ ਦਾ ਪਤੀ ਆਫਿਸ ਜਾ ਚੁੱਕਿਆ ਸੀ। ਪਹਿਲਾਂ ਉਸਨੇ ਨਹਾ ਧੋ ਕੇ ਸਾੜੀ ਪਹਿਨੀ ਤੇ ਲੰਮਾ ਸਾਰਾ ਸੰਧੂਰ ਲਾਇਆ, ਜਦਕਿ ਪਹਿਲਾਂ ਉਹ ਇੱਕ ਬਿੰਦੀ ਜਿਹੀ ਸਾਈਜ਼ ਦਾ ਸੰਧੂਰ ਲਗਾਉਂਦੀ ਸੀ ਤਾਂ ਕਿ ਕੋਈ ਲੜਕਾ ਧਿਆਨ ਨਾ ਦੇ ਸਕੇ ਅਤੇ ਕਿਸੇ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਉਹ ਵਿਆਹੀ ਹੋਈ ਹੈ। ਫਿਰ ਉਸਨੇ ਰਸੋਈ ਵਿੱਚ ਜਾ ਕੇ ਆਪਣੀ ਸੱਸ ਨੂੰ ਜ਼ਬਰਦਸਤੀ ਆਰਾਮ ਕਰਨ ਲਈ ਕਮਰੇ ਵਿੱਚ ਭੇਜ ਦਿੱਤਾ ਅਤੇ ਇਕੱਲੀ ਨੇ ਸਾਰੇ ਘਰ ਲਈ ਖਾਣਾ ਬਣਾਇਆ। ਸਭ ਤੋਂ ਪਹਿਲਾਂ ਆਪਣੀ ਸੱਸ ਨੂੰ ਖਾਣਾ ਖਵਾਇਆ, ਫਿਰ ਆਪਣੇ ਪਤੀ ਨੂੰ ਫੋਨ ਕਰਕੇ ਉਹਨਾਂ ਦੇ ਆਫਿਸ ਦਾ ਪਤਾ ਪੁੱਛਿਆ। ਉਸ ਦਾ ਪਤੀ ਆਫਿਸ ਦਾ ਪਤਾ ਦਿੰਦੇ ਹੋਏ ਸੋਚਦਾ ਹੈ ਕਿ ਉਸ ਦੀ ਪਤਨੀ ਨੇ ਤਲਾਕ ਦੇਣ ਦਾ ਫੈਸਲਾ ਤਾਂ ਨਹੀਂ ਕਰ ਲਿਆ। ਉਸ ਨੂੰ ਕਿੱਥੇ ਪਤਾ ਸੀ ਕਿ ਹੁਣ ਉਹ ਸੁਧਰ ਗਈ ਹੈ ਤੇ ਉਸ ਨੂੰ ਹੀ ਆਪਣਾ ਪਤੀ ਮੰਨ ਚੁੱਕੀ ਹੈ। ਇੰਨੇ ਵਿੱਚ ਉਸ ਦੀ ਪਤਨੀ ਸਕੂਟਰੀ ਲੈ ਕੇ ਉਸ ਦੇ ਆਫਿਸ ਖਾਣਾ ਲੈ ਕੇ ਪਹੁੰਚ ਜਾਂਦੀ ਹੈ। ਆਪਣੀ ਪਤਨੀ ਨੂੰ ਦੇਖ ਕੇ ਪਤੀ ਹੈਰਾਨ ਰਹਿ ਜਾਂਦਾ ਹੈ। ਉਦੋਂ ਹੀ ਉਹ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਸਭ ਠੀਕ ਤਾਂ ਹੈ ਨਾ, ਮਾਂ ਨੇ ਤੈਨੂੰ ਕੁਝ ਕਿਹਾ ਤਾਂ ਨਹੀਂ। ਉਸ ਦਾ ਪਤੀ ਸਵਾਲ ਤੇ ਸਵਾਲ ਕਰੀ ਜਾਂਦਾ ਹੈ। ਉਦੋਂ ਹੀ ਪਤਨੀ ਸਭ ਦੇ ਸਾਹਮਣੇ ਆਪਣੇ ਪਤੀ ਨੂੰ ਸੀਨੇ ਨਾਲ ਲਾ ਲੈਂਦੀ ਹੈ ਤੇ ਕਹਿੰਦੀ ਹੈ ਕਿ ਸਭ ਕੁਝ ਠੀਕ ਹੈ, ਪਰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦੀ ਹਾਂ। ਪਤੀ ਕਹਿੰਦਾ ਹੈ, ਹਾਂ ਦੱਸੋ। ਤਾਂ ਪਤਨੀ ਸਭ ਦੇ ਸਾਹਮਣੇ ਕਹਿੰਦੀ ਹੈ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਇਹ ਸੁਣ ਕੇ ਆਫਿਸ ਦੇ ਸਾਰੇ ਲੋਕ ਹੈਰਾਨ ਰਹਿ ਜਾਂਦੇ ਹਨ ਤੇ ਤਾੜੀਆਂ ਮਾਰਨ ਲੱਗ ਜਾਂਦੇ ਹਨ। ਸੋ ਦੋਸਤੋ, ਕਈ ਵਾਰ ਆਪਾਂ ਜੋ ਦੇਖਦੇ ਹਾਂ ਉਹ ਹੁੰਦਾ ਨਹੀਂ ਤੇ ਜੋ ਨਹੀਂ ਦੇਖਦੇ ਉਹ ਹੁੰਦਾ। ਇਸ ਤਰ੍ਹਾਂ ਹੀ ਉਹ ਲੜਕੀ ਨਾਲ ਹੋਇਆ, ਜਿਸ ਨੂੰ ਉਹ ਸਮਝਦੀ ਸੀ ਕਿ ਮੈਨੂੰ ਪਿਆਰ ਕਰਦਾ ਹੈ। ਉਹ ਸਿਰਫ ਉਸ ਦੇ ਪੈਸੇ ਅਤੇ ਇੱਜ਼ਤ ਲੁੱਟਣ ਦੇ ਪਿੱਛੇ ਫਿਰਦਾ ਸੀ। ਜੋ ਉਸ ਨੂੰ ਲੱਗਦਾ ਸੀ ਕਿ ਨਹੀਂ ਹੈ, ਉਹੀ ਉਸ ਦਾ ਪਤੀ ਉਸ ਨੂੰ ਦਿਲੋਂ ਜਾਣ ਤੋਂ ਪਿਆਰ ਕਰਦਾ ਸੀ।